Hello everyone. Today we are going to start chapter number 5 from your book Frames, Paradise on Earth, written by Madhavi Devada. Let's start the explanation of this chapter. If there is a paradise on earth, it is definitely Kashmir. ਕਹਿੰਦੇ ਅਗਰ ਧਰਤੀ ਤੇ ਕਿਸੇ ਥਾਂ ਤੇ ਸਵਰਗ ਹੈ ਤਾਂ ਉਹ ਕਿੱਥੇ ਹੈ? ਕਸ਼ਮੀਰ ਦੇ ਵਿੱਚ। I have been traveling solo since 2012. ਰਾਈਟਰ ਕਹਿ ਰਹੀ ਹੈ ਕਿ ਮੈਂ 2012 ਤੋਂ ਇਕੱਲੇ ਟਰੈਵਲ ਕਰ ਰਹੀ ਹਾਂ। ਸੋਲੋ ਮੀਨਸ ਅਲੋਨ। I always had an intense urge to witness the beauty of Kashmir since childhood. ਰਾਈਟਰ ਕਹਿ ਰਹੀ ਹੈ ਕਿ ਬਚਪਨ ਤੋਂ ਹੀ ਉਹਦੀ ਇੱਛਾ ਹੈ ਕਸ਼ਮੀਰ ਦੀ ਖੂਬਸੂਰਤੀ ਨੂੰ ਦੇਖਣ ਦੇ ਲਈ। ਇੰਟੈਂਸ ਮੀਨਸ ਡੀਪ, ਅਰਜ ਮੀਨਸ ਇੱਛਾ। I gathered a lot of courage and travelled to Kashmir alone in 2014. ਅੱਗੇ ਕਹਿ ਰਹੀ ਹੈ ਕਿ ਮੈਂ ਬਹੁਤ ਜ਼ਿਆਦਾ ਕਰੇਜ ਇਕੱਠਾ ਕੀਤਾ ਕਿਉਂਕਿ ਇਕੱਲੇ ਟਰੈਵਲ ਕਰਨਾ ਬਹੁਤ ਮੁਸ਼ਕਿਲ ਹੁੰਦਾ। ਕਹਿੰਦੇ ਮੈਂ ਟਰੈਵਲ ਕਰਨ ਦੇ ਲਈ ਹੌਸਲਾ ਇਕੱਠਾ ਕੀਤਾ ਐਂਡ ਟਰੈਵਲ ਟੂ ਕਸ਼ਮੀਰ ਅਲੋਨ, ਅਤੇ ਇਕੱਲੇ ਕਸ਼ਮੀਰ ਟਰੈਵਲ ਕੀਤੀ 2014 ਦੇ ਵਿੱਚ। I was ready to put in all the efforts. ਮੈਂ ਹਰ ਉਹ ਐਫਰਟ ਕਰਨ ਲਈ ਤਿਆਰ ਹਾਂ। ਇਟ ਟੇਕਸ ਦਾ ਕੈਪਚਰ ਦਾ ਮੋਸਟ ਬਿਊਟੀਫੁਲ ਪਾਰਟਸ ਆਫ ਕਸ਼ਮੀਰ ਵਿਦ ਮਾਈ ਆਈਜ਼, ਕਿ ਜੋ ਵੀ ਮੈਂ ਉੱਥੇ ਕਸ਼ਮੀਰ ਦਾ ਨਜ਼ਾਰਾ ਦੇਖਿਆ ਉਹਨ ਸਾਰੇ ਨਜ਼ਾਰੇ ਨੂੰ ਆਪਣੀਆਂ ਆਈਜ਼ ਦੇ ਵਿੱਚ ਸੰਭਾਲਣਾ। ਮੈਂ ਹਰ ਉਹ ਕੋਸ਼ਿਸ਼ ਕਰਾਂਗੀ ਕਿ ਉਹ ਸਾਰਾ ਜੋ ਵੀ ਬਿਊਟੀਫੁਲ ਪਾਰਟਸ ਨੇ ਕਸ਼ਮੀਰ ਦੇ ਉਹਨਾਂ ਨੂੰ ਆਪਣੀਆਂ ਆਈਜ਼ ਦੇ ਵਿੱਚ ਸੰਭਾਲਵਾਂ। ਆਈ ਚੂਜ਼ ਟੂ ਡੂ ਅ 7-day ਟਰੈਕ ਟੂ ਦ ਗ੍ਰੇਟ ਲੇਕਸ ਆਫ ਕਸ਼ਮੀਰ ਫਰੋਮ ਸੋਨਾਮਾਰਗ ਟੂ ਨਾਰਨਾਗ। ਕਹਿੰਦੇ ਮੈਂ ਟਰੈਕ ਮੀਨਸ ਟਰੈਵਲਿੰਗ 7 ਦਿਨ ਲਈ ਟਰੈਵਲਿੰਗ ਚੂਜ਼ ਕੀਤੀ ਕਸ਼ਮੀਰ ਦੀਆਂ ਗ੍ਰੇਟ ਲੇਕਸ ਨੂੰ ਦੇਖਣ ਦੇ ਲਈ। ਕਿਸ ਏਰੀਆ ਤੋਂ? ਫਰੋਮ ਸੋਨਾਮਾਰਗ ਟੂ ਨਾਰਨਾਗ। I found the beautiful jeweled lakes hidden from the crowd between the mountains at high altitude. ਉਸਨੇ ਕੀ ਦੇਖਿਆ ਉੱਥੇ ਕਿ ਬਹੁਤ ਉੱਚੇ ਮਾਊਂਟੇਨਸ ਨੇ, ਜੋ ਹਾਈ ਐਲਟੀਟਿਊਡ ਮਾਊਂਟੇਨਸ ਨੇ ਉਹਨਾਂ ਦੇ ਉੱਤੇ ਲੇਕਸ ਨੇ। ਜਵੈਲਡ ਮੀਨਸ ਪ੍ਰੀਸ਼ੀਅਸ ਲੇਕਸ ਨੇ, ਬਹੁਤ ਭੀੜ ਨਾਲ ਭਰੀਆਂ ਹੋਈਆਂ ਲੇਕਸ ਸੀ, ਉੱਥੇ ਦੇਖੀਆਂ। ਆਫਟਰ ਦਾ ਸਕਸੈਸਫੁਲ ਕੰਪਲੀਸ਼ਨ ਆਫ ਮਾਈ ਟਰੈਕ, ਕਹਿੰਦੀ ਜਦੋਂ ਮੇਰੀ ਯਾਤਰਾ ਸੀ ਕੰਪਲੀਟ ਹੋਈ, ਆਈ ਹੈਡ ਲੈਸ ਦੈਨ 24 ਆਵਰਸ ਇਨ ਸ਼੍ਰੀਨਗਰ। 24 ਆਵਰਸ ਤੋਂ ਕੁਝ ਘੱਟ ਟਾਈਮ ਸੀ ਉਹਨੇ ਸ਼੍ਰੀਨਗਰ ਵਿੱਚ ਬਿਤਾਇਆ ਸੀ। ਬਿਫੋਰ ਆਈ ਟੇਕ ਮਾਈ ਫਲਾਈਟ ਬੈਕ ਹੋਮ, ਯਾਨੀ ਘਰ ਵਾਪਸ ਆਉਣ ਤੋਂ ਪਹਿਲੇ। ਆਈ ਵਾਂਟਡ ਟੂ ਮੇਕ ਦ ਮੋਸਟ ਆਫ ਦ ਟਾਈਮ ਆਈ ਹੈਡ ਹੇਅਰ। ਕਹਿੰਦੀ ਮੈਂ ਉੱਥੇ ਜ਼ਿਆਦਾ ਤੋਂ ਜ਼ਿਆਦਾ ਟਾਈਮ ਉੱਥੇ ਰਹਿਣਾ ਚਾਹੁੰਦੀ ਸੀ। ਉੱਥੇ ਦਾ ਬਿਊਟੀਫੁਲ ਜੋ ਵੀ ਪਾਰਟ ਸੀਗੇ, ਲੇਕਸ ਸੀ ਜੋ ਬਿਊਟੀਫੁਲ ਦੇਖਣਾ ਚਾਹੁੰਦੀ ਸੀ। ਕਸ਼ਮੀਰ ਹੈਡ ਆਲਰੇਡੀ ਸਟੋਲਨ ਮਾਈ ਹਾਰਟ ਇਨ ਅ ਫਿਊ ਡੇਜ਼। ਕਸ਼ਮੀਰ ਨੇ ਕਹਿੰਦੀ ਮੇਰਾ ਦਿਲ ਸੀ ਜੋ ਚੋਰੀ ਕਰ ਲਿਆ ਸੀ। ਆਈ ਸਪੈਂਟ ਔਨ ਦਾ ਟਰੈਕ, ਜਿੰਨਾ ਟਾਈਮ ਉੱਥੇ ਉਹਨੇ ਟਰੈਵਲਿੰਗ 'ਤੇ ਸਪੈਂਡ ਕੀਤਾ ਸੀ, ਯਾਨੀ ਕਸ਼ਮੀਰ ਸੀ ਜਿਹੜਾ ਉਹਨੂੰ ਬਹੁਤ ਅੱਛਾ ਲੱਗਿਆ। ਆਈ ਵਾਂਟਡ ਟੂ ਐਕਸਪੀਰੀਅੰਸ ਲਾਈਫ ਔਨ ਦਾ ਫੇਮਸ ਹਾਊਸ ਬੋਟਸ ਔਨ ਦਾ ਡਲ ਲੇਕ। ਹੁਣ ਕਹਿੰਦੀ ਮੈਂ ਹਾਊਸ ਬੋਟਸ ਨੇ ਜੋ ਡਲ ਲੇਕ ਦੀਆਂ, ਉੱਥੇ ਦਾ ਜੋ ਵਿਊ ਹੈ ਉਹ ਦੇਖਣਾ ਚਾਹੁੰਦੀ ਸੀ। ਸਪੈਸ਼ਲੀ ਦਾ ਫਲੋਟਿੰਗ ਵੈਜੀਟੇਬਲ ਮਾਰਕੀਟ, ਉੱਥੋਂ ਦੀ ਵੈਜੀਟੇਬਲ ਮਾਰਕੀਟ ਸੀ ਜੋ ਫਲੋਟਿੰਗ ਮੀਨਸ ਲੇਕ ਦੇ ਵਿੱਚ ਕੁਝ ਬੋਟਸ ਬਣੀਆਂ ਹੋਈਆਂ ਸੀ ਜਿਹਦੇ ਉੱਤੇ ਵੈਜੀਟੇਬਲਸ ਰੱਖ ਕੇ ਉਹ ਵੇਚਦੇ ਹੁੰਦੇ ਸੀ। In the process, I ended up exploring a lot more on the Dal Lake, which I had never heard of before. In the process means traveling ਦੇ ਦੌਰਾਨ, ਠੀਕ ਹੈ। ਜੋ ਰਾਈਟਰ ਹੈ ਟਰੈਵਲਿੰਗ ਦੇ ਦੌਰਾਨ ਉਹਨੇ ਦੇਖਿਆ। I ended up exploring means find out ਕਰਨਾ। ਐਂਡ ਦੇ ਵਿੱਚ ਉਹਨੇ ਕੀ ਫਾਈਂਡ ਆਊਟ ਕੀਤਾ ਕਿ ਡਲ ਲੇਕ 'ਤੇ ਜੋ ਵੀ ਕੁਛ ਉਹਨੇ ਦੇਖਿਆ ਉਹਨੇ ਪਹਿਲਾਂ ਉਸ ਚੀਜ਼ ਬਾਰੇ ਕਦੀ ਨਹੀਂ ਸੁਣਿਆ ਸੀ। ਉਸ ਜੋ ਉਹਨੇ ਵੈਜੀਟੇਬਲਸ ਮਾਰਕੀਟ ਦੇਖੀ ਹੈ, ਫਲੋਟਿੰਗ ਜੋ ਤੈਰਨ ਵਾਲੀ ਮਾਰਕੀਟ ਦੇਖੀ, ਹੋਰ ਬਹੁਤ ਕੁਛ ਕਸ਼ਮੀਰ ਦੇ ਵਿੱਚ ਦੇਖਿਆ, ਠੀਕ ਹੈ। ਉਸ ਚੀਜ਼ ਬਾਰੇ ਪਹਿਲਾਂ ਉਹਨੇ ਕਦੀ ਨਹੀਂ ਸੀ ਸੋਚਿਆ। ਨੈਕਸਟ ਹੈ ਆਈ ਹੈਡ ਅ ਵਰਡ ਵਿਦ ਦਾ ਸ਼ਿਕਾਰਾਸ ਓਨਰ। ਫਿਰ ਕਹਿੰਦੇ ਸ਼ਿਕਾਰਾ ਦਾ ਇੱਕ ਓਨਰ ਸੀ। ਸ਼ਿਕਾਰਾ ਕੀ ਹੈ? ਇੱਕ ਵੁਡਨ ਬੋਟ ਹੈ ਡਲ ਲੇਕ ਦੇ ਉੱਤੇ। ਉਹਦੇ ਮਾਲਕ ਨਾਲ ਗੱਲਬਾਤ ਕੀਤੀ ਐਂਡ ਹੀ ਇੰਸਟਰਕਟਡ ਮੀ ਟੂ ਬੀ ਰੈਡੀ ਬਾਏ 4 ਦ ਨੈਕਸਟ ਮੋਰਨਿੰਗ ਟੂ ਸਟਾਰਟ ਆਰ ਰਾਈਡ ਟੂ ਦ ਫਲੋਟਿੰਗ ਮਾਰਕੀਟ। ਔਰ ਉਹਨੇ ਕੀ ਦੱਸਿਆ, ਓਨਰ ਨੇ, ਮਾਲਕ ਨੇ ਕੀ ਦੱਸਿਆ ਕਿ ਸਵੇਰੇ 4 o'clock ਰਾਈਡ ਸਟਾਰਟ ਕਰਾਂਗੇ, ਯਾਨੀ ਉਹਨੂੰ ਫਲੋਟਿੰਗ ਮਾਰਕੀਟ ਹੈ ਜੋ ਦਿਖਾਉਣ ਦੇ ਲਈ ਲੈ ਕੇ ਜਾਏਗਾ। I was getting to sleep in a
ਕੰਫਰਟੇਬਲ ਬੈੱਡ ਆਫਟਰ ਸਪੈਂਡਿੰਗ 7 ਲੌਂਗ ਨਾਈਟਸ ਇਨ ਟੈਂਟਸ। ਟੈਂਟ ਦੇ ਵਿੱਚ 7 ਲੌਂਗ ਨਾਈਟ ਸਪੈਂਡ ਕਰਨ ਤੋਂ ਬਾਅਦ ਉਹ ਕੰਫਰਟੇਬਲ ਬੈੱਡ 'ਤੇ 7 ਆਰ ਲਈ ਸਲੀਪ ਕੀਤਾ ਉਹਨੇ। ਬਟ ਦ ਐਕਸਾਈਟਮੈਂਟ ਟੂ ਹੈਵ ਦਿਸ ਐਕਸਪੀਰੀਅੰਸ ਵਾਜ਼ ਸੋ ਹਾਈ। ਬਟ ਉਹਦੀ ਐਕਸਾਈਟਮੈਂਟ ਸੀ ਜੋ ਬਹੁਤ ਜ਼ਿਆਦਾ ਹਾਈ ਸੀ ਕਿ ਹਾਂ ਉਹਨੇ 4 o'clock ਹੈ ਜੋ ਮਾਰਕੀਟ ਦੇਖਣ ਦੇ ਲਈ ਜਾਣਾ ਹੈ। ਦੈਟ ਆਈ ਮੈਨੇਜ ਟੂ ਬੀ ਰੈਡੀ ਬਾਏ 4। ਦ ਸ਼ਿਕਾਰਾ ਓਨਰ ਵਾਜ਼ ਵੇਟਿੰਗ ਫॉर ਮੀ। ਸ਼ਿਕਾਰਾ ਓਨਰ ਸੀ ਜਿਹੜਾ ਸੁਬਾ 4 o'clock ਉਹਦੀ ਵੇਟ ਕਰ ਰਿਹਾ ਸੀ ਐਟ ਦ ਐਂਟਰੈਂਸ ਆਫ ਮਾਈ ਹਾਊਸ ਬੋਟ। ਉਸਦੀ ਹਾਊਸ ਬੋਟ ਦੇ ਐਂਟਰੈਂਸ ਦੇ ਉੱਤੇ। ਇਟ ਵਾਜ਼ ਕੁਆਇਟ ਡਾਰਕ ਵੈਨ ਵੀ ਸਟਾਰਟਿਡ। ਹਨੇਰਾ ਸੀ ਜਦੋਂ ਉਹਨਾਂ ਨੇ ਰਾਈਡ ਸਟਾਰਟ ਕੀਤੀ। ਦ ਡਾਰਕਨੈਸ ਸੂਨ ਫੇਡਡ ਆਊਟ। ਹੌਲੀ ਹੌਲੀ ਡਾਰਕਨੈਸ ਸੀ ਜੋ ਮਤਲਬ ਦਿਨ ਚੜ੍ਹਨਾ ਸ਼ੁਰੂ ਹੋਇਆ। ਐਂਡ ਦ ਲੇਕ ਲੁਕਡ ਬ੍ਰੈਥ ਟੇਕਿੰਗ। ਲੇਕ ਸੀ ਜੋ ਬਹੁਤ ਹੀ ਜ਼ਿਆਦਾ ਸੋਹਣੀ ਲੱਗਣ ਲੱਗੀ, ਯਾਨੀ ਬ੍ਰੈਥ ਟੇਕਿੰਗ ਮੀਨਸ ਫੈਂਟੈਸਟਿਕ, ਬਹੁਤ ਸੋਹਣੀ ਲੱਗਣ ਲੱਗ ਗਈ। ਵੀ ਨੈਵੀਗੇਟਿਡ ਥਰੂ ਦ ਨੈਰੋ ਲੇਨਸ। ਨੈਵੀਗੇਟਿਡ ਮੀਨਸ ਸਟਾਰਟ, ਉਹਨਾਂ ਨੇ ਸਟਾਰਟ ਕੀਤਾ। ਨੈਰੋ ਲੇਨਸ ਮੀਨਸ ਬਹੁਤ ਘੱਟ ਚੌੜੇ ਰਸਤੇ ਤੋਂ। ਅੰਡਰ ਦ ਵੁਡਨ ਬ੍ਰਿਜਸ ਦੇ ਨੀਚੋਂ। ਫਿਊ ਹਾਊਸਿਸ ਸਟੂਡ ਔਨ ਦ ਸਾਈਡਸ। ਬਹੁਤ ਘੱਟ ਕੁਝ ਕੁ ਘਰ ਸੀ ਸਾਈਡਸ ਦੇ ਉੱਤੇ। ਐਂਡ ਦੇਅਰ ਰਿਫਲੈਕਸ਼ਨਸ ਮਿਰਰਡ ਇਨ ਦ ਲੇਕ। ਲੇਕ ਦੇ ਉੱਤੇ ਉਹਨਾਂ ਦੇ ਮਿਰਰ ਸੀ ਜੋ ਸ਼ੀਸ਼ੇ ਸੀ ਜੋ ਉਹਨਾਂ ਦੀ ਰਿਫਲੈਕਸ਼ਨ ਪੈ ਰਹੀ ਸੀ। ਦੇਅਰ ਵਰ ਫਿਊ ਮੋਰ ਸ਼ਿਕਾਰਾਜ਼ ਔਨ ਦ ਲੇਕ ਰਾਈਡਿੰਗ ਟੂਵਰਡਸ ਦ ਫਲੋਟਿੰਗ ਮਾਰਕੀਟ। ਕੁਛ ਹੋਰ ਸ਼ਿਕਾਰਾਜ਼ ਵੀ ਸੀ, ਯਾਨੀ ਵੁਡਨ ਬੋਟਸ ਵੀ ਸੀਗੀਆਂ ਉੱਥੇ ਜਿਨ੍ਹਾਂ ਨੂੰ ਫਲੋਟਿੰਗ ਮਾਰਕੀਟ ਦੇ ਵਿੱਚ ਜੋ ਕਿ ਜਾ ਰਹੀਆਂ ਸੀ। ਆਫਟਰ 45 ਮਿੰਟ ਰਾਈਡ ਵੀ ਰੀਚ ਦ ਫਲੋਟਿੰਗ ਮਾਰਕੀਟ। 45 ਮਿੰਟ ਬਾਅਦ ਉਹ ਫਲੋਟਿੰਗ ਮਾਰਕੀਟ ਪਹੁੰਚ ਗਈ। ਦ ਵੈਂਡਰਸ ਹੈਡ ਆਲਰੇਡੀ ਆਕੂਪਾਈਡ ਦ ਸੈਂਟਰ ਸਟੇਜ। ਯਾਨੀ ਵੈਂਡਰ ਜੋ ਹੋਕਾ ਦੇ ਰਹੇ ਸੀ, ਜੋ ਸਬਜ਼ੀਆਂ ਵੇਚ ਰਹੇ ਸੀਗੇ, ਪੂਰਾ ਉਹਨਾਂ ਨੇ ਲੇਕ ਸੀ ਜੋ ਕਵਰ ਕੀਤੀ ਹੋਈ ਸੀ, ਸੈਂਟਰ ਪਾਰਟ ਸੀ ਜੋ। ਆਲ ਦ ਸ਼ਿਕਾਰਾਜ਼ ਲੋਡਡ ਵਿਦ ਫਰੈਸ਼ ਵੈਜੀਟੇਬਲਸ। ਸਾਰੀਆਂ ਬੋਟ ਸੀ ਜਿਹੜੀਆਂ ਫਰੈਸ਼ ਵੈਜੀਟੇਬਲਸ ਨਾਲ ਲੋਡਡ ਸੀ। ਮੇਡ ਦ ਲੇਕ ਲੁੱਕ ਕਲਰਫੁਲ ਇਨ ਦ ਅਰਲੀ ਆਵਰਸ ਆਫ ਦ ਡੇ। ਯਾਨੀ ਦਿਨ ਦੇ ਸਟਾਰਟਿੰਗ ਦੇ ਵਿੱਚ ਲੇਕ ਸੀ ਜੋ ਬਹੁਤ ਜ਼ਿਆਦਾ ਕਲਰਫੁਲ ਦਿਖਾਈ ਦੇ ਰਹੀ ਸੀ। ਫਿਊ ਸ਼ਿਕਾਰਾਜ਼ ਵੁੱਡ ਬੀ ਲੋਡਡ ਓਨਲੀ ਵਿਦ ਟੋਮੈਟੋਜ਼, ਅਦਰਸ ਵੁੱਡ ਬੀ ਲੋਡਡ ਓਨਲੀ ਦ ਕਿਊਕੰਬਰਸ ਐਂਡ ਸਮ ਵਿਦ ਕਾਲੀਫਲਾਵਰਸ ਐਂਡ ਸੋ ਔਨ। ਕੁਝ ਬੋਟ ਸੀਗੀਆਂ ਜਿਹੜੀਆਂ ਟੋਮੈਟੋਜ਼ ਦੇ ਨਾਲ ਲੋਡਡ ਸੀ, ਕੁਝ ਕਕੰਬਰਸ ਮੀਨਸ ਖੀਰਾ ਸੀ ਉਹਨਾਂ ਦੇ ਉੱਤੇ, ਐਂਡ ਸਮ ਵਿਦ ਕਾਲੀਫਲਾਵਰਸ। ਕੁਛ ਵੁਡਨ ਬੋਟ ਸੀ ਜੋ ਕਾਲੀਫਲਾਵਰ ਸੀ ਉਹਨਾਂ ਦੇ ਉੱਤੇ, ਯਾਨੀ ਗੋਭੀ, ਐਂਡ ਸੋ ਔਨ। ਅਤੇ ਹੋਰ ਵੀ ਬਹੁਤ ਸਾਰੀਆਂ ਸਬਜ਼ੀਆਂ ਸੀ ਜੋ ਉੱਥੇ ਵੇਚ ਰਹੇ ਸੀਗੇ ਵੈਂਡਰਸ। ਡਿਡ ਯੂ ਨੋ ਦੈਟ ਬਾਰਟਰ ਸਿਸਟਮ ਸਟਿਲ ਐਗਜ਼ਿਸਟ ਇਨ ਇੰਡੀਆ। ਕੀ ਕਹਿੰਦੀ ਤੁਹਾਨੂੰ ਪਤਾ ਹੈ ਕਿ ਬਾਰਟਰ ਸਿਸਟਮ ਹੈ ਅੱਜ ਵੀ ਇੰਡੀਆ ਦੇ ਵਿੱਚ ਚੱਲ ਰਿਹਾ ਹੈ। ਬਾਰਟਰ ਸਿਸਟਮ ਕੀ ਹੈ ਕਿ ਜਦੋਂ ਵੀ ਅਸੀਂ ਕੋਈ ਚੀਜ਼ ਲੈਂਦੇ ਹਾਂ, ਪੈਸੇ ਦੇਣ ਦੀ ਬਜਾਏ ਉਹ ਬਦਲੇ ਦੇ ਵਿੱਚ ਕੋਈ ਹੋਰ ਚੀਜ਼ ਦੇ ਦੇਣਾ। ਬਾਰਟਰ ਇਜ਼ ਐਨ ਏਜ ਓਲਡ ਮੈਥਡ। ਬਹੁਤ ਪੁਰਾਣੇ ਟਾਈਮ ਤੋਂ ਇਹ ਮੈਥਡ ਚੱਲਦਾ ਆ ਰਿਹਾ ਆਫ ਮੇਕਿੰਗ ਟ੍ਰਾਂਜੈਕਸ਼ਨਸ ਇਨ ਗੁਡਸ ਐਂਡ ਸਰਵਿਸਿਜ਼ ਇੰਸਟੈਡ ਆਫ ਕੈਸ਼। ਯਾਨੀ ਪੈਸੇ ਦੀ ਬਜਾਏ ਕੋਈ ਚੀਜ਼ ਦੀ ਅਦਲਾ ਬਦਲੀ ਕਰਨਾ। ਇਟ ਵਾਜ਼ ਅਡੋਪਟਡ ਬਾਏ ਸਿਵਿਲਾਈਜੇਸ਼ਨਸ ਅਕ੍ਰੋਸ ਦ ਗਲੋਬ ਬਿਫੋਰ ਮਨੀ ਵਾਜ਼ ਇਨਵੈਂਟਡ। ਮਨੀ ਦੀ ਖੋਜ ਜਦੋਂ ਨਹੀਂ ਹੋਈ ਸੀ ਉਸ ਤੋਂ ਪਹਿਲਾਂ ਇਹ ਸਿਸਟਮ ਸੀ ਜੋ ਅਡੋਪਟ ਕੀਤਾ ਗਿਆ ਸੀਗਾ ਸਿਵਿਲਾਈਜੇਸ਼ਨਸ ਵੱਲੋਂ, ਯਾਨੀ ਬਹੁਤ ਸਾਰੀਆਂ ਪ੍ਰਜਾਤੀਆਂ ਜਾਂ ਜਾਤੀਆਂ ਵੱਲੋਂ। I was taken back in time when I saw this system still existing in India in its most authentic form. I was taken back in time. ਕਹਿੰਦੇ ਮੈਂ ਹੁਣ ਉਸ ਟਾਈਮ ਦੇ ਵਿੱਚ ਵਾਪਸ ਆ ਗਈ ਸੀ ਜਿੱਥੇ ਮੈਂ ਦੇਖ ਰਹੀ ਸੀ ਕਿ ਇੰਡੀਆ ਦੇ ਵਿੱਚ ਅੱਜ ਵੀ ਇਹ ਸਿਸਟਮ ਹੈ ਜੋ ਚੱਲ ਰਿਹਾ ਹੈ। ਅਥੈਂਟਿਕ ਫਾਰਮ ਮੀਨਸ ਬਹੁਤ ਹੀ ਰਿਲਾਇਬਲ ਫਾਰਮ ਦੇ ਵਿੱਚ ਚੱਲ ਰਿਹਾ ਹੈ, ਬਹੁਤ ਹੀ ਯੋਗ ਫਾਰਮ ਦੇ ਵਿੱਚ ਚੱਲ ਰਿਹਾ। The locals here grow vegetables in lands near their houses. ਆਮ ਲੋਕੀ ਸੀ ਜਿਹੜੇ ਆਪਣੇ ਘਰਾਂ ਦੇ ਨੇੜੇ ਸਬਜ਼ੀਆਂ ਸੀ ਜੋ ਉਗਾਉਂਦੇ ਸੀ। Every morning they would stock up their shikaras with their home grown vegetables and ride to the floating market to exchange vegetables with others. ਹਰੇਕ ਸਵੇਰੇ ਸੀ ਉਹ ਆਪਣੀਆਂ ਸ਼ਿਕਾਰਾ ਸੀ ਜਿਹੜੀਆਂ ਵੁਡਨ ਬੋਟ ਸੀ ਉਹਨਾਂ ਨੂੰ ਸਟਾਕ ਕਰ ਲੈਂਦੇ ਸੀਗੇ ਵੈਜੀਟੇਬਲਸ ਦੇ ਨਾਲ, ਅਤੇ ਉਹਨਾਂ ਨੂੰ ਮਾਰਕੀਟ ਦੇ ਵਿੱਚ ਜਾ ਕੇ ਮਤਲਬ ਸਬਜ਼ੀਆਂ ਦੀ ਅਦਲਾ ਬਦਲੀ ਕਰਦੇ ਸੀ। ਅਗਰ ਕਿਸੇ ਕੋਲ ਜ਼ਿਆਦਾ ਟੋਮੈਟੋ ਹੈ ਤਾਂ ਉਹ ਦੂਸਰੇ ਕੋਲ ਕੋਈ ਕੰਬਰ ਹੈ ਤਾਂ ਇੱਕ ਦੂਜੇ ਨਾਲ ਐਕਸਚੇਂਜ ਕਰ ਲੈਂਦੇ ਸੀਗੇ ਆਪਣੀਆਂ ਵੈਜੀਟੇਬਲਸ। ਦੇ ਡੋਂਟ ਟ੍ਰਾਂਜੈਕਟ ਵਿਦ ਕੈਸ਼। ਯਾਨੀ ਉਹ ਪੈਸੇ ਦਾ ਲੈਣ ਦੇਣ ਨਹੀਂ, ਪੈਸੇ ਦੇ ਬਦਲੇ ਚੀਜ਼ਾਂ ਨਹੀਂ ਵੇਚਦੇ ਸੀ। ਦੇ ਓਨਲੀ ਐਕਸਚੇਂਜ ਵੈਜੀਟੇਬਲ। ਸਬਜ਼ੀਆਂ ਹੀ ਐਕਸਚੇਂਜ ਕਰਦੇ ਸੀ। The humanity was amplified in my eyes. Amplified means raise ਹੋਣਾ, increase ਹੋਣਾ। ਹਿਊਮੈਨਿਟੀ ਸੀ ਕਹਿੰਦੇ ਉਹਨਾਂ ਮੇਰੀਆਂ ਅੱਖਾਂ ਦੇ ਵਿੱਚ, ਮੈਂ ਆਪਣੀਆਂ ਆਈਜ਼ ਦੇ ਨਾਲ ਦੇਖਿਆ ਕਿ ਉਹਨਾਂ ਲੋਕਾਂ ਦੇ ਵਿੱਚ ਹਿਊਮੈਨਿਟੀ ਬਹੁਤ ਜ਼ਿਆਦਾ ਹੈ।
ਮਾਨਵਤਾ ਬਹੁਤ ਜ਼ਿਆਦਾ ਹੈ। ਵੈਨ ਆਈ ਸਾ them carefully extending their hand to transfer vegetables to each other ਸ਼ਿਕਾਰਸ, ਜਦੋਂ ਮੈਂ ਦੇਖਿਆ ਕਿ ਲੋਕੀ ਨੇ ਜਿਹੜੇ ਵੈਂਡਰਸ ਨੇ ਜਿਹੜੇ ਇੱਕ ਦੂਜੇ ਨਾਲ ਸਬਜ਼ੀਆਂ ਨੇ ਜਿਹੜੀਆਂ ਆਪਣੀਆਂ ਟਰਾਂਸਫਰ ਕਰ ਰਹੇ ਨੇ।